A very good day to all. My name is Navneet Kaur, Assistant Professor in Political Science. Now we will start. The topic is the feature of a parliament comment. So students, ਅਸੀਂ parliament So dear students, ਅਸੀਂ ਗੱਲ ਕਰਾਂਗੇ parliament comment ਦੀ। ਪਾਰਲੀਮੈਂਟ ਕਮੈਂਟ ਕੀ ਹੈ? ਪਾਰਲੀਮੈਂਟ ਕਮੈਂਟ ਦਾ ਮਤਲਬ ਹੁੰਦਾ ਹੈ ਸੰਸਦੀ ਪ੍ਰਣਾਲੀ ਦੀ ਸਰਕਾਰ, ਠੀਕ ਹੈ, ਜਿਸ ਨੂੰ ਅਗਰ ਮੈਂ ਇੱਕ ਲਾਈਨ ਦੇ ਵਿੱਚ ਕਹਾਂ ਤਾਂ ਬੋਲਾਂਗੇ ਤਾਂ ਕਲੋਜ਼ ਰਿਲੇਸ਼ਨ ਬਿਟਵੀਨ ਦਾ ਐਗਜ਼ੀਕਿਊਟਿਵ ਐਂਡ ਦਾ ਲੈਜਿਸਲੇਚਰ, ਮਤਲਬ ਕਿ ਜਿਹਦੇ ਵਿੱਚ ਵਿਧਾਨ ਪਾਲਿਕਾ ਐਂਡ ਕਾਰਜਪਾਲਿਕਾ ਦੇ ਕਲੋਜ਼ ਰਿਲੇਸ਼ਨ ਹੋਣ। ਅਗਰ ਇਸ ਨੂੰ ਇੱਕ ਲਾਈਨ ਦੇ ਵਿੱਚ ਕਿਹਾ ਜਾਵੇ ਤਾਂ ਕਲੋਜ਼ ਰਿਲੇਸ਼ਨ ਬਿਟਵੀਨ ਦਾ ਐਗਜ਼ੀਕਿਊਟਿਵ ਐਂਡ ਲੈਜਿਸਲੇਚਰ ਐਂਡ ਅ ਸੈਪਰੇਟ ਸਿਸਟਮ ਫਰੋਮ ਦਾ ਜੁਡੀਸ਼ਰੀ ਸਿਸਟਮ, ਮਤਲਬ ਕਿ ਜਿਹੜਾ ਜੁਡੀਸ਼ਰੀ ਸਿਸਟਮ ਹੈਗਾ ਉਹ ਟੋਟਲੀ ਸੈਪਰੇਟ ਰਵੇ ਤੇ ਐਗਜ਼ੀਕਿਊਟਿਵ ਤੇ ਜਿਹੜਾ ਹੈਗਾ ਸਾਡਾ ਲੈਜਿਸਲੇਟਰ ਉਹਦੇ ਕਲੋਜ਼ ਰਿਲੇਸ਼ਨ ਰਹਿਣ, ਠੀਕ ਹੈ। ਅਗਰ ਇਸ ਨੂੰ ਪੰਜਾਬੀ ਦੇ ਵਿੱਚ ਕਿਹਾ ਜਾਵੇ ਤਾਂ ਮੈਂ ਕਹੂੰਗੀ ਕਿ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਦੇ ਜਿਹੜੇ ਹੈਗੇ ਆ ਕਲੋਜ਼ ਰਿਲੇਸ਼ਨ ਰਹਿਣ ਤੇ ਨਿਆਂਪਾਲਿਕਾ ਇਹ ਤੋਂ ਪੂਰੀ ਤਰ੍ਹਾਂ ਵੱਖਰੀ ਰਵੇ। ਹੁਣ ਅਗਰ ਤੁਹਾਨੂੰ ਕਦੇ ਕੋਈ ਪੁੱਛਦਾ ਹੈ ਕਿ ਪਾਰਲੀਮੈਂਟ ਕੀ ਹੈ, ਤੁਸੀਂ ਕਹਿਣਾ ਹੈ ਕਿ ਕਲੋਜ਼ ਰਿਲੇਸ਼ਨ ਹੋਣ ਐਗਜ਼ੀਕਿਊਟਿਵ ਦੇ ਤੇ ਲੈਜਿਸਲੇਚਰ ਦੇ, ਸੈਪਰੇਟ ਕੌਣ ਹੋਵੇ? ਜੁਡੀਸ਼ਰੀ ਸਿਸਟਮ। ਹੁਣ ਤੁਹਾਡੇ ਮਨ 'ਚ ਕੁਐਸਚਨ ਆਏਗਾ ਕਿ ਇਹਨਾਂ 'ਚ ਕਲੋਜ਼ ਰਿਲੇਸ਼ਨ ਉਹਨੂੰ ਸੈਪਰੇਟ ਕਰਤਾ, ਜਦ ਕਿ ਗਵਰਨਮੈਂਟ ਦੇ ਤਾਂ 3 ਪਾਰਟਸ ਨੇ, ਹੈ ਨਾ। ਤੋ ਆਪਾਂ ਬੋਲਦੇ ਹਾਂ ਦ 3 ਟਾਈਪ ਆਫ ਗਵਰਨਮੈਂਟ, ਜੁਡੀਸ਼ਰੀ ਸਿਸਟਮ, ਐਗਜ਼ੀਕਿਊਟਿਵ ਐਂਡ ਲੈਜਿਸਲੇਚਰ, ਹੈ ਨਾ। ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਲੈਜਿਸਲੇਚਰ ਹੈਗਾ ਉਹਦਾ ਕੰਮ, ਲੈਜਿਸਲੇਟਿਵ ਜਾਂ ਲੈਜਿਸਲੇਚਰ ਜਿਹੜਾ ਹੈਗਾ ਉਹਦਾ ਕੰਮ ਕੀ ਹੈਗਾ ਵਾ ਕਿ ਰੂਲ ਐਂਡ ਰੈਗੂਲੇਸ਼ਨਸ ਨੂੰ ਬਣਾਉਣਾ, ਯਾਨੀ ਕਿ ਮੇਕਿੰਗ ਆਫ ਦ ਲਾਅ। ਤੇ ਜਿਹੜਾ ਸਾਡਾ ਐਗਜ਼ੀਕਿਊਟਿਵ ਹੈਗਾ ਉਸਦਾ ਕੰਮ ਹੈਗਾ ਫਾਰਮੇਸ਼ਨ ਆਫ ਦਾ ਲਾਅ। Sorry, the executive means the executive execute the law made by the legislature and run the administration। ਇਹਦਾ ਮਤਲਬ ਹੈਗਾ ਕਿ execute ਦਾ ਮਤਲਬ ਹੈਗਾ ਕਿ ਐਗਜ਼ੀਕਿਊਟਿਵ ਦਾ ਮਤਲਬ ਹੈਗਾ ਕਿ ਐਗਜ਼ੀਕਿਊਟ ਕਰ ਦੇਣਾ ਲਾਅ ਨੂੰ, ਮਤਲਬ ਕਿ ਲਾਅ ਨੂੰ ਲਾਗੂ ਕਰ ਦੇਣਾ, ਠੀਕ ਹੈ, ਤੇ ਐਡਮਿਨਿਸਟ੍ਰੇਸ਼ਨ ਨੂੰ ਚਲਾਉਣਾ। ਉਸ ਤੋਂ ਬਾਅਦ ਤੁਹਾਡਾ ਹੈਗਾ ਵਾ ਜੁਡੀਸ਼ਰੀ ਸਿਸਟਮ। ਜੁਡੀਸ਼ਰੀ ਸਿਸਟਮ ਦਾ ਮਤਲਬ ਹੁੰਦਾ ਵਾ ਕਿ ਕਿਸੇ ਚੀਜ਼ ਨੂੰ ਅਸੀਂ, ਕਿਸੇ ਪਰਸਨ ਨੂੰ ਅਸੀਂ ਨਿਆਂ ਦਿਵਾਉਣਾ। ਹੁਣ ਦੇਖੋ ਇੱਕ ਬੰਦਾ ਹੈਗਾ ਲਾਅ ਬਣਾ ਰਿਹਾ ਵਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਲੈਜਿਸਲੇਟਿਵ ਜਿਹੜਾ ਹੈਗਾ ਵਾ ਲਾਅ ਨੂੰ ਬਣਾ ਰਿਹਾ ਵਾ, ਐਗਜ਼ੀਕਿਊਟਿਵ ਉਸਨੂੰ ਐਗਜ਼ੀਕਿਊਟ ਕਰ ਰਿਹਾ, ਮਤਲਬ ਉਸਨੂੰ ਲਾਗੂ ਕਰ ਰਿਹਾ ਹੈਗਾ। ਤੇ ਅਗਰ ਜੁਡੀਸ਼ਰੀ ਸਿਸਟਮ ਮੈਂ ਇਹਨਾਂ ਦੇ ਨਾਲ ਰਲਾ ਦੇਵਾਂ, ਹੁਣ ਦੇਖੋ ਮੈਂ ਲਾਅ ਬਣਾਇਆ ਹੈਗਾ ਵਾ ਕਿ ਜਿੰਨੇ ਬੰਦੇ ਕਾਲੇ ਹੈਗੇ ਇੰਡੀਆ 'ਚ ਸਾਰੇ ਮਾਰ ਦੋ, ਠੀਕ ਹੈ, ਇਹ ਮੈਂ ਲਾਅ ਬਣਾ ਦਿੱਤਾ। ਐਗਜ਼ੀਕਿਊਟਿਵ ਮੇਰੇ ਨਾਲ ਆ ਕਿਉਂਕਿ ਸਾਡੇ ਕਲੋਜ਼ ਰਿਲੇਸ਼ਨ ਆ, ਉਹਨੇ ਮੇਰੇ ਦੁਆਰਾ ਬਣਾਇਆ ਗਿਆ ਲਾਅ ਤਾਂ ਪਾਸ ਕਰ ਹੀ ਦੇਣਾ, ਠੀਕ ਹੈ, ਉਹਨੇ ਪਾਸ ਕਰਤਾ। ਜੇ ਜੁਡੀਸ਼ਰੀ ਸਿਸਟਮ ਨੂੰ ਮੈਂ ਆਪਣੇ ਨਾਲ ਰਲਾ ਲਵਾਂ ਤੇ ਉਹਨੇ ਕੀ ਕਰਨਾ? ਲਾਗੂ ਹੋ ਜਾਣਾ। ਮਤਲਬ ਕਿ ਜਿਹੜੀ ਚੀਜ਼ ਮੈਂ ਗਲਤ ਚਲਾਈ ਆ ਉਸਨੂੰ ਸਾਰਿਆਂ ਨੇ ਕੀ ਕਰ ਲੈਣਾ? ਮੰਨ ਲੈਣਾ। ਹੁਣ ਜੇ ਮੈਂ ਕਹਾਂ ਕਿ ਮੇਰੇ ਤੇ ਯਾਨੀ ਕਿ ਮੈਂ ਲੈਜਿਸਲੇਚਰ ਆ ਤੇ ਤੁਸੀਂ ਐਗਜ਼ੀਕਿਊਟਿਵ ਆ, ਆਪਣੇ ਦੋਹਾਂ ਦੀ ਕਲੋਜ਼ ਰਿਲੇਸ਼ਨ ਆ, ਬਟ ਮੈਂ ਜੁਡੀਸ਼ਰੀ ਸਿਸਟਮ ਨੂੰ ਪਾਸੇ ਕਰ ਦਿੰਦੀ ਆ, ਤਾਂ ਮੈਂ ਰੂਲ ਬਣਾਉਂਗੀ, ਤੁਸੀਂ ਰੂਲ ਨੂੰ ਲਾਗੂ ਕਰ ਦੋਗੇ। ਥਰਡ ਸਿਸਟਮ ਯਾਨੀ ਕਿ ਜੁਡੀਸ਼ਰੀ ਸਿਸਟਮ ਦੇਖੇਗਾ ਕਿ ਦਿਸ ਲਾ ਇਜ਼ ਅਕੋਰਡਿੰਗ ਟੂ ਦਾ ਕੌਨਸਟੀਟਿਊਸ਼ਨ, ਮਤਲਬ ਕਿ ਇਹ ਜਿਹੜਾ ਰੂਲ ਬਣਾ ਰਹੇ ਹੈਗੇ ਆ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਹੈ ਵੀ ਜਾਂ ਨਹੀਂ, ਠੀਕ ਹੈ। ਜੇ ਤਾਂ ਉਹ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਨਹੀਂ ਹੋਏਗਾ, ਹੁਣ ਇਹ ਕਿੱਦਾਂ ਦਾ ਰੂਲ ਹੋਇਆ ਵੀ ਮੈਂ ਇੰਡੀਆ ਵਿੱਚ ਕਾਲੇ ਸਾਰੇ ਮਾਰਦੇ ਨੇ, ਮੇਰੇ ਖਿਆਲ ਨਾਲ ਮੈਂ ਅੱਧ ਤੋਂ ਜ਼ਿਆਦਾ ਜਨਤਾ ਹੀ ਮਾਰ ਦੂੰਗੀ, ਠੀਕ ਹੈ, ਕਿਉਂਕਿ ਇੰਡੀਆ ਦੇ ਵਿੱਚ ਤਾਂ ਮੋਸਟਲੀ ਹੈਗੇ ਹੀ ਕਾਲੇ ਨੇ, ਠੀਕ ਹੈ। ਮੈਂ ਨਹੀਂ ਕਹਿ ਰਹੀ ਕਾਲੇ ਮਤਲਬ ਜਿਹੜੇ ਸਾਂਵਲੇ ਰੰਗ ਦੇ ਸਮਥਿੰਗ ਕੁਛ ਵੀ, ਮੈਂ ਕਿਸੇ ਨੂੰ ਉਹ ਨਹੀਂ ਕਹਿ ਰਹੀ, ਮੈਂ ਜਸਟ ਇੱਕ ਐਗਜ਼ਾਮਪਲ ਦੇ ਰਹੀ ਹਾਂ। ਸੋ ਕਿਸੇ ਨੇ ਆਪਣੇ ਉੱਤੇ ਨਹੀਂ ਲੈਣੀ ਹੈਗੀ ਇਸਨੂੰ, ਇੱਕ ਜਸਟ ਐਗਜ਼ਾਮਪਲ ਦੇ ਤੌਰ 'ਤੇ ਦੇਖੋ ਕਿ ਮੈਂ ਕਿੰਨੀ ਗਲਤ ਐਗਜ਼ਾਮਪਲ ਦੇ ਰਹੀ, ਮੈਂ ਕਿੰਨਾ ਗਲਤ ਰੂਲ ਬਣਾ ਰਹੀ ਹਾਂ ਤੇ ਮੇਰਾ ਪਾਰਟਨਰ, ਮਤਲਬ ਮੇਰੇ ਪਾਰਟਨਰ ਤੁਸੀਂ ਹੋ ਤੇ ਤੁਸੀਂ ਉਸ ਰੂਲ ਨੂੰ ਕੀ ਕਰ ਰਹੇ ਹੋ? ਲਾਗੂ ਵੀ ਕਰ ਰਹੇ ਹੋ। ਤੇ ਤੀਸਰਾ ਸਿਸਟਮ ਅਗਰ ਤਾਂ ਅਸੀਂ ਆਪਣੇ ਨਾਲ ਰਲਾਵਾਂਗੇ ਤੇ ਉਹ ਕੀ ਹੋ ਜਾਣਾ? ਅਪਲਾਈ ਹੋ ਜਾਣਾ ਰੂਲ, ਸਾਰੀ ਸਾਈਡ ਅਪਲਾਈ ਕਰਨ ਦੇ ਲਈ ਬੋਲਿਆ ਵੀ ਜਾਏਗਾ। ਲੇਕਿਨ ਅਗਰ ਮੈਂ ਜੁਡੀਸ਼ਰੀ ਸਿਸਟਮ ਨੂੰ ਪਾਸੇ ਕਰ ਦੂੰਗੀ ਤਾਂ ਉਹ ਦੇਖੇਗਾ ਕਿ ਇਹਨਾਂ ਨੇ ਰੂਲ ਤਾਂ ਬਣਾ ਲਏ ਕਿ ਅਕੋਰਡਿੰਗ ਟੂ ਦਾ ਕੌਨਸਟੀਟਿਊਸ਼ਨ, ਕਿ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਹੈ ਵੀ ਕਿ ਨਹੀਂ। ਉਹਨੂੰ ਕਹਿੰਦੇ ਹੈਗੇ ਆ ਪਾਰਲੀਮੈਂਟ ਗਵਰਨਮੈਂਟ, ਦਾ ਕਲੋਜ਼ ਰਿਲੇਸ਼ਨ ਬਿਟਵੀਨ ਏ ਲੈਜਿਸਲੇਚਰ ਐਂਡ ਏ ਐਗਜ਼ੀਕਿਊਟਿਵ, ਠੀਕ ਹੈ। ਚਲੋ ਇਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਅਸੀਂ ਕਰਦੇ ਹਾਂ ਕਿ ਚੀਫ ਐਗਜ਼ੀਕਿਊਟਿਵ ਹੈਡ ਇਜ਼ ਏ ਨੋਮੀਨਲ ਹੈਡ, ਮਤਲਬ ਇਨ ਅ ਪਾਰਲੀਮੈਂਟ ਫਾਰਮ ਆਫ ਗਵਰਨਮੈਂਟ the chief executive head is a nominal head through all the executive power are in his hand, yet he does not make
make use of this power. Executive power are execute in his name. The president of India is the nominal executive head. ठीक है, ਹੁਣ ਚਲੋ ਮੈਨੂੰ ਟ੍ਰਾਂਸਲੇਟ ਕਰਕੇ ਤੁਹਾਨੂੰ ਦੱਸ ਦਿੰਦੀ ਹਾਂ। ਜਦੋਂ ਵੀ ਅਸੀਂ ਪਾਰਲੀਮੈਂਟ ਗਵਰਨਮੈਂਟ ਦੀ ਗੱਲ ਕਰਦੇ ਹੈਗੇ ਆ, ਤਾਂ ਪਾਰਲੀਮੈਂਟ ਗਵਰਨਮੈਂਟ ਦੇ ਵਿੱਚ ਜਿਹੜਾ ਸਾਡਾ ਪ੍ਰੈਜ਼ੀਡੈਂਟ ਹੁੰਦਾ ਵਾ, ਪ੍ਰੈਜ਼ੀਡੈਂਟ ਤੁਸੀਂ ਸਮਝਦੇ ਹੋ ਨਾ ਕਿ ਜਿਹੜਾ ਸਾਡਾ ਰਾਸ਼ਟਰਪਤੀ ਹੁੰਦਾ, ਹੁਣ ਤੁਹਾਨੂੰ ਤੁਹਾਡਾ ਰਾਸ਼ਟਰਪਤੀ ਪਤਾ ਹੋਣਾ ਚਾਹੀਦਾ ਵਾ, ਠੀਕ ਹੈ। ਤੁਹਾਨੂੰ ਸਭ ਨੂੰ ਇਹ ਤਾਂ ਪਤਾ ਹੋਏਗਾ ਸਲਮਾਨ ਖਾਨ ਕੌਣ ਹੈ, ਸ਼ਾਹਰੁਖ ਖਾਨ ਕੌਣ ਹੈ, ਠੀਕ ਹੈ, ਪੰਜਾਬੀ ਐਕਟਰਸ ਵਗੈਰਾ, ਠੀਕ ਹੈ, ਉਹ ਵਟਐਵਰ ਜਿਹੜੇ ਵੀ ਹੁੰਦੇ ਨੇ ਉਹਨਾਂ ਦੇ ਨਾਮ ਤੁਹਾਨੂੰ ਪਤਾ ਹੋਣਗੇ। ਲੇਕਿਨ ਜਦੋਂ ਪ੍ਰੈਜ਼ੀਡੈਂਟ ਦੀ ਗੱਲ ਆਉਂਦੀ ਹੈ ਤੇ ਤੁਹਾਨੂੰ ਮੇ ਬੀ ਤੋਂ ਨਹੀਂ ਪਤਾ ਹੋਏਗਾ, ਤੇ ਤੁਹਾਨੂੰ ਦੱਸ ਦਵਾਂ ਅਗਰ ਪਤਾ ਹੈ ਤਾਂ ਵੈਲ ਐਂਡ ਗੁੱਡ, ਅੱਛੀ ਗੱਲ ਹੈ, ਨੌਲੇਜ ਹੋਣੀ ਚਾਹੀਦੀ ਹੈ, ਤੇ ਅਗਰ ਪਤਾ ਹੈ ਤਾਂ ਬਹੁਤ ਅੱਛੀ ਗੱਲ ਹੈ। ਨਹੀਂ ਪਤਾ ਤਾਂ ਉਸ ਪਰਸਨ ਦਾ ਨਾਮ ਰਾਮ ਨਾਥ ਕੋਵਿੰਦ ਹੈ, ਠੀਕ ਹੈ, ਉਹ ਸਾਡੇ ਪ੍ਰੈਜ਼ੀਡੈਂਟ ਨੇ। ਤੁਹਾਡੇ ਦਿਮਾਗ ਦੇ ਵਿੱਚ ਜਦੋਂ ਰਾਸ਼ਟਰਪਤੀ ਆਉਂਦਾ ਹੈ ਤਾਂ ਤੁਹਾਨੂੰ ਲੱਗਦਾ ਹੋਣਾ ਹੈ ਕਿ ਇਹ ਬੰਦਾ ਬਹੁਤ ਜ਼ਿਆਦਾ ਮਤਲਬ ਉੱਚੀ ਪੋਸਟ 'ਤੇ ਹੈਗਾ ਵਾ, ਮਤਲਬ ਇੱਕ ਬਹੁਤ ਸਾਰੀਆਂ ਪਾਵਰਸ ਹੋਣਗੀਆਂ। ਤਾਂ ਦ ਰਿਐਲਿਟੀ ਇਜ਼ ਦਿਸ ਕਿ ਜਿਹੜਾ ਸਾਡਾ ਪ੍ਰੈਜ਼ੀਡੈਂਟ ਹੁੰਦਾ ਹੈ, ਪ੍ਰੈਜ਼ੀਡੈਂਟ ਦੇ ਕੋਲ ਕੋਈ ਪਾਵਰ ਵਗੈਰਾ ਜਿਹੜੀਆਂ ਹੈਗੀਆਂ ਨਹੀਂ ਹੁੰਦੀਆਂ। ਤੇ ਰੀਅਲ ਪਾਵਰ ਐਕਚੁਅਲ ਦੇ ਵਿੱਚ, ਇਸ ਲਈ ਇਸ ਨੂੰ ਤਾਂ ਬੋਲਿਆ ਜਾਂਦਾ ਹੈ ਨੋਮੀਨਲ ਹੈਡ। ਨੋਮੀਨਲ ਮਤਲਬ ਨਾ ਮਾਤਰ ਦਾ ਮੁਖੀ, ਮਤਲਬ ਹੋਵੇ ਨਾ ਹੋਵੇ, ਇਹਦੀ ਪੋਜੀਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਇਹਦੀ ਰਾਸ਼ਟਰਪਤੀ ਦੀ, ਰਾਸ਼ਟਰਪਤੀ ਮਤਲਬ ਪ੍ਰੈਜ਼ੀਡੈਂਟ, ਐਂਡ ਦਾ ਨੇਮ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਦਾ ਰਾਮਨਾਥ ਕੋਵਿੰਦ, ਠੀਕ ਹੈ। ਤੋਂ ਜਿਹੜਾ ਰਾਮਨਾਥ ਕੋਵਿੰਦ ਹੈਗਾ, ਉਹਨਾਂ ਦੀ ਜਿਹੜੀ ਪੋਜੀਸ਼ਨ ਹੈਗੀ ਆ ਬਹੁਤ ਅੱਛੀ ਹੈ, ਬਹੁਤ ਹਾਇਰ ਹੈ। ਲੇਕਿਨ ਉਹਨਾਂ ਦੇ ਕੋਲ ਜਿਹੜੀਆਂ ਹੈਗੀਆਂ ਨੇ, ਕਹਿ ਲਓ ਕਿ ਮਤਲਬ ਪਾਵਰ ਹੈਗੀਆਂ ਨੇ, ਉਹ ਉਹਨਾਂ ਦੇ ਕੋਲ ਨਹੀਂ ਹੈ। ਉਹਨਾਂ ਦੀਆਂ ਪਾਵਰ ਨੂੰ ਯੂਜ਼ ਕੌਣ ਕਰਦਾ? ਫਿਰ ਉਹਨਾਂ ਦੀਆਂ ਪਾਵਰ ਨੂੰ ਯੂਜ਼ ਕਰਦਾ ਹੈਗਾ ਸਾਡਾ ਪੀਐਮ। ਪੀਐਮ ਮਤਲਬ ਪ੍ਰਾਈਮ ਮਿਨਿਸਟਰ, ਐਂਡ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਿਹੜਾ ਸਾਡਾ ਹੈਗਾ ਪ੍ਰਾਈਮ ਮਿਨਿਸਟਰ, ਉਹ ਕੌਣ ਹੈਗੇ ਨੇ ਸਾਡੇ? ਨਰਿੰਦਰ ਮੋਦੀ। ਅਗਰ ਅਸੀਂ ਉਹਨਾਂ ਦਾ ਫੁੱਲ ਨੇਮ ਲਈਏ ਤਾਂ ਨਰਿੰਦਰ ਦਾਮੋਦਰ ਦਾਸ ਮੋਦੀ, ਠੀਕ ਹੈ, ਉਹਨਾਂ ਦਾ ਨਾਮ ਹੈਗਾ। ਉਹਨਾਂ ਦੀਆਂ ਰਾਸ਼ਟਰਪਤੀ ਦੀਆਂ ਪਾਵਰ ਨੂੰ ਯੂਜ਼ ਕੌਣ ਕਰਦਾ ਵਾ? ਸਾਡਾ ਪੀਐਮ ਕਰਦਾ ਹੈਗਾ, ਠੀਕ ਹੈ। ਉਸ ਤੋਂ ਬਾਅਦ ਹੈਗਾ ਨੈਕਸਟ ਪੁਆਇੰਟ ਹੈਗਾ ਕੈਬਨਿਟ ਇਜ਼ ਦਾ ਰੀਅਲ ਐਗਜ਼ੀਕਿਊਟਿਵ। ਕੈਬਨਿਟ ਕੌਣ ਹੁੰਦੇ ਨੇ? ਤਾਂ ਕੈਬਨਿਟ ਆਫ ਮਿਨਿਸਟਰਸ, ਮਤਲਬ ਜਿਹਦੇ ਵਿੱਚ ਮਿਨਿਸਟਰਸ ਦਾ ਇੱਕ ਗਰੁੱਪ ਹੁੰਦਾ ਹੈ, ਕਾਉਂਸਲ ਆਫ ਮਿਨਿਸਟਰ ਜਿਹੜੇ ਹੁੰਦੇ ਨੇ, ਠੀਕ ਹੈ। ਇਹ ਐਕਚੁਅਲ ਦੇ ਵਿੱਚ ਕੌਣ ਕੀ ਕਰਦੇ ਹੈਗੇ ਨੇ? ਪਾਵਰ ਨੂੰ ਯੂਜ਼ ਕਰਦੇ ਨੇ। ਸਾਡਾ ਜਿਹੜਾ ਪ੍ਰੈਜ਼ੀਡੈਂਟ ਹੈ, ਤੁਸੀਂ ਸੋਚਿਆ ਹੋਏਗਾ ਅਗਰ ਇਸ ਦੇ ਕੋਲ ਕੋਈ ਪਾਵਰ ਨਹੀਂ ਹੈ ਤਾਂ ਇਸ ਪੋਜੀਸ਼ਨ ਨੂੰ ਬਣਾਇਆ ਹੀ ਕਿਉਂ ਗਿਆ ਵਾ? ਤੁਹਾਨੂੰ ਮੈਂ ਦੱਸ ਦਵਾਂ ਕਿ ਜਦੋਂ ਵੀ ਕੋਈ ਰੂਲ ਬਣਦਾ ਹੈ, ਜਿਹੜਾ ਲਾ ਬਣਦਾ ਹੈ, ਲਾ ਬਾਅਦ ਚੋਂ ਬਣਦਾ ਹੈ, ਪਹਿਲਾਂ ਉਹ ਕੀ ਹੁੰਦਾ? ਇੱਕ ਰੂਲ ਹੁੰਦਾ ਹੈ, ਠੀਕ ਹੈ। ਤਾਂ ਰੂਲ ਜਿਹੜਾ ਹੈਗਾ ਐਂਡ ਤੱਕ ਜਾਂਦੇ ਜਾਂਦੇ ਜਿਹੜਾ ਹੈਗਾ ਵਾ ਉਹ ਲਾ ਬਣਦਾ ਹੈ। ਲਾ ਨੂੰ ਬਣਨ ਦੇ ਲਈ ਸਭ ਤੋਂ ਉਹ ਪਹਿਲਾਂ ਲਾ ਨੂੰ ਬਣਨ ਦੇ ਲਈ ਉਹਦੇ ਐਂਡ 'ਤੇ ਜਿਹੜਾ ਹੈਗਾ, ਜਦੋਂ ਸਾਰੀ ਸਟੇਜਸ ਦੇ ਵਿੱਚੋਂ ਨਿਕਲ ਆਉਂਦਾ ਵਾ ਰੂਲ, ਤੇ ਲਾਸਟ ਦੇ ਉੱਤੇ ਪ੍ਰੈਜ਼ੀਡੈਂਟ ਦੇ ਸਾਈਨ ਕਰਵਾਉਣੇ ਪੈਂਦੇ ਨੇ। ਜੇ ਤਾਂ ਪ੍ਰੈਜ਼ੀਡੈਂਟ ਆਪਣੇ ਸਾਈਨ ਕਰ ਦਿੰਦਾ ਵਾ ਤਾਂ ਉਹ ਜਿਹੜਾ ਰੂਲ ਆ ਉਹ ਲਾ ਬਣ ਜਾਂਦਾ ਵਾ। ਜੇ ਪ੍ਰੈਜ਼ੀਡੈਂਟ ਆਪਣੇ ਸਾਈਨ ਨਹੀਂ ਕਰਦਾ ਤਾਂ ਉਹਨੂੰ ਦੁਬਾਰਾ ਰਿਪੀਟ ਵਿੱਚ ਭੇਜ ਦਿੱਤਾ ਜਾਂਦਾ ਵਾ। ਮੈਂ ਤੁਹਾਨੂੰ ਦੱਸ ਦਵਾਂ ਕਿ ਕੋਈ ਵੀ ਰੂਲ ਨੂੰ ਲਾ ਬਣਨ ਦੇ ਲਈ 5 ਸਟੇਜਸ ਦੇ ਵਿੱਚੋਂ ਨਿਕਲਣਾ ਪੈਂਦਾ ਹੈ, ਠੀਕ ਹੈ। ਉਹ ਆਪਾਂ ਫਿਰ ਕਿਸੇ ਕਨਸੈਪਟ ਦੇ ਵਿੱਚ ਕਰਾਂਗੇ। ਤੇ ਇੱਕ ਰੂਲ ਨੂੰ ਲਾ ਬਣਨ ਦੇ ਲਈ 5 ਸਟੇਜਸ ਦੇ ਵਿੱਚੋਂ ਨਿਕਲਣਾ ਪੈਂਦਾ ਹੈ, ਦੈਨ ਪ੍ਰੈਜ਼ੀਡੈਂਟ ਦੇ ਸਾਈਨ ਹੁੰਦੇ ਆ। ਪ੍ਰੈਜ਼ੀਡੈਂਟ 2 ਵਾਰ ਤਾਂ ਰੂਲ ਨੂੰ ਬੈਕ ਭੇਜ ਸਕਦਾ ਵਾ ਕਿ ਮੈਨੂੰ ਇਹਦੇ ਵਿੱਚ ਕੁਝ ਪ੍ਰੋਬਲਮ ਲੱਗਦੀ ਹੈ, ਪਰ ਤੀਸਰੀ ਵਾਰ ਜਦੋਂ ਉਹ ਭੇਜਦਾ ਹੈਗਾ ਬੈਕ, ਤਾਂ ਉਹ ਰੂਲ ਪਾਸ ਹੀ ਮੰਨਿਆ ਜਾਂਦਾ ਹੈ। ਤੇ ਤੁਸੀਂ ਮੰਨ ਕੇ ਚੱਲੋ ਕਿ ਪ੍ਰੈਜ਼ੀਡੈਂਟ ਦੀ ਜਿਹੜੀ ਪਾਵਰ ਹੈਗੀ ਉਹ ਕਿੰਨੀ ਕੁ ਉਸਦੇ ਕੋਲ ਹੈ, ਠੀਕ ਹੈ। ਮਤਲਬ ਕਿ ਉਸਨੂੰ ਰੂਲ ਨਹੀਂ ਵੀ ਪਸੰਦ ਆਇਆ, ਰੂਲ ਦੇ ਉੱਤੇ ਉਹਦੇ ਸਾਈਨ ਨਹੀਂ ਵੀ ਹੋਏ, ਦੈਨ ਫਿਰ ਵੀ ਜਿਹੜਾ ਉਹ ਰੂਲ ਹੈਗਾ ਵਾ ਉਹ ਪਾਸ ਹੋ ਜਾਂਦਾ ਹੈ। ਫਿਰ ਤੁਹਾਡੇ ਮਨ ਦੇ ਵਿੱਚ ਇਹ ਕੁਐਸਚਨ ਆਏਗਾ ਕਿ ਅਗਰ ਉਸਦੇ ਕੋਲ ਪਾਵਰ ਹੈ ਹੀ ਨਹੀਂ ਤਾਂ ਉਸੀ ਪੋਜੀਸ਼ਨ ਨੂੰ ਬਣਾਇਆ ਹੀ ਕਿਉਂ ਗਿਆ ਵਾ? ਤਾਂ ਮੈਂ ਤੁਹਾਨੂੰ ਦੱਸ ਦਵਾਂ, ਇੱਕ ਐਮਰਜੈਂਸੀ ਟਾਈਮ ਪੀਰੀਅਡ ਹੁੰਦਾ ਵਾ। ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਮਹਿਬੂਬਾ ਮੁਫਤੀ ਨੂੰ ਜਦੋਂ ਬਾਹਰ ਨਿਕਾਲ ਦਿੱਤਾ ਗਿਆ ਸੀ, ਬਿਕੋਜ਼ ਸਾਡੇ ਬੀਜੇਪੀ ਦੇ ਦੁਆਰਾ ਮਹਿਬੂਬਾ ਮੁਫਤੀ ਜਿਹੜੀ ਕਿ ਕਸ਼ਮੀਰ ਦੀ ਚੀਫ ਮਿਨਿਸਟਰ ਸੀਗੀ, ਉਸਨੂੰ ਬਾਹਰ ਕੱਢ ਦਿੱਤਾ ਗਿਆ ਸੀ। ਜਦੋਂ ਕਿਸੇ ਚੀਫ ਮਿਨਿਸਟਰ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਉਸ ਜਗ੍ਹਾ ਦੇ ਉੱਤੇ ਐਮਰਜੈਂਸੀ ਲੱਗ ਜਾਂਦੀ ਹੈ। ਐਮਰਜੈਂਸੀ ਦੇ ਟਾਈਮ ਪੀਰੀਅਡ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਪਾਵਰ, ਹੁਣ ਕਿਸੇ ਜਗ੍ਹਾ ਦੇ ਉੱਤੇ ਚੀਫ ਮਿਨਿਸਟਰ ਹੀ ਹੈ ਨਹੀਂਗਾ, ਠੀਕ ਹੈ। ਚੀਫ ਮਿਨਿਸਟਰ ਕੌਣ ਹੁੰਦਾ? ਜਿਹੜਾ ਕਿ ਰੂਲ ਨੂੰ, ਜਿਹੜਾ ਕਿ ਸਾਡੇ ਦੇਸ਼ ਮਤਲਬ ਸਾਡੀ ਜਿਹੜਾ ਹੈਗਾ ਏਰੀਆ ਨੂੰ ਚਲਾਉਂਦਾ ਹੈਗਾ, ਸਾਡੀ ਸਟੇਟ ਨੂੰ ਚਲਾਉਂਦਾ ਹੈਗਾ। ਹੁਣ ਮੈਂ ਸਟੇਟ ਨੂੰ ਚਲਾਉਣ ਵਾਲਾ ਬੰਦਾ ਹੀ ਖਤਮ ਕਰ ਦੇਵਾਂ ਤਾਂ ਸਟੇਟ ਜਿਹੜੀ ਹੈਗੀ ਕਿੱਥੇ ਜਾਏਗੀ?
ਉਹਨੂੰ ਪ੍ਰੋਬਲਮ ਹੋਣੀ ਸਟਾਰਟ ਹੋ ਜਾਏਗੀ ਨਾ, ਬਿਕੋਜ਼ ਉਹਦੀ ਪ੍ਰੋਟੈਕਸ਼ਨ ਦੇ ਲਈ ਕੋਈ ਹੈ ਨਹੀਂ। ਤਾਂ ਉੱਥੇ ਐਮਰਜੈਂਸੀ ਦੇ ਟਾਈਮ ਪੀਰੀਅਡ ਦੇ ਵਿੱਚ ਸਾਡੇ ਪ੍ਰੈਜ਼ੀਡੈਂਟ ਦੇ ਕੋਲੇ ਪਾਵਰ ਆ ਜਾਂਦੀ ਹੈਗੀ ਆ ਕਿ ਉਹ ਉਸ ਏਰੀਏ ਦੇ ਵਿੱਚ ਆਪਣੀ ਸ਼ਕਤੀ ਨੂੰ ਯੂਜ਼ ਕਰ ਸਕਦਾ ਵਾ। ਯਾਨੀ ਕਿ ਅਗਰ ਤੁਹਾਨੂੰ ਪੁੱਛਿਆ ਜਾਵੇ ਕਿ ਪ੍ਰੈਜ਼ੀਡੈਂਟ ਆਪਣੀ ਪਾਵਰ ਕਦੋਂ ਯੂਜ਼ ਕਰਦਾ, ਤੇ ਤੁਸੀਂ ਕੀ ਕਹੋਗੇ ਕਿ ਪ੍ਰੈਜ਼ੀਡੈਂਟ ਆਪਣੀ ਪਾਵਰ ਉਦੋਂ ਯੂਜ਼ ਕਰਦਾ ਵਾ ਜਦੋਂ ਕਿਸੇ ਏਰੀਆ ਦੇ ਵਿੱਚ ਮਤਲਬ ਕਿਸੇ ਜਿਹੜੀ ਹੈਗੀ ਸਟੇਟ ਦੇ ਵਿੱਚ ਐਮਰਜੈਂਸੀ ਲੱਗ ਜਾਵੇ। ਠੀਕ ਹੈ, ਆਈ ਹੋਪ ਸੋ ਕਿ ਤੁਹਾਨੂੰ ਕਲੈਰਿਟੀ ਦੇ ਲਈ ਇੰਨਾ ਹੀ ਟੌਪਿਕ ਬਹੁਤ ਹੈ। ਅਗਰ ਫਿਰ ਵੀ ਤੁਹਾਨੂੰ ਕਿਸੇ ਚੀਜ਼ 'ਚ ਕੋਈ ਪ੍ਰੋਬਲਮ ਆ ਰਹੀ ਹੈ, ਮੇਰੇ ਟੌਪਿਕ ਨੂੰ ਸਮਝਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਕੋਈ ਜਿਹੜਾ ਪਾਰਟ ਹੈਗਾ ਨਹੀਂ ਸਮਝ ਆਇਆ, ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਠੀਕ ਹੈ, ਜੋ ਵੀ ਚੀਜ਼ ਤੁਹਾਨੂੰ ਪੜ੍ਹਾਈ ਜਾਂਦੀ ਹੈ, ਰਿਕੁਐਸਟ ਹੈਗੀ ਹੈ ਕਿ ਇਸ ਨੂੰ ਆਪਣੀ ਕਾਪੀਜ਼ ਦੇ ਉੱਤੇ ਜ਼ਰੂਰ ਉਤਾਰ ਲਿਆ ਕਰੋ, ਤਾਂ ਜੋ ਨੈਕਸਟ ਟਾਈਮ ਜਦੋਂ ਤੁਹਾਡਾ ਕੋਈ ਟੈਸਟ ਹੁੰਦਾ ਹੈ, ਅਗਰ ਤੁਹਾਡੇ ਕੋਲ ਕੋਈ ਬੁੱਕ ਨਹੀਂ ਹੈ ਤਾਂ ਤੁਸੀਂ ਮੇਰੇ ਟੌਪਿਕ ਨੂੰ ਸੁਣ ਕੇ ਹੀ ਤੁਸੀਂ ਆਨਸਰ ਦੇ ਸਕਦੇ ਹੋ। ਮੈਂ ਉਮੀਦ ਕਰਦੀ ਹਾਂ ਕਿ ਫਿਰ ਵੀ ਅਗਰ ਤੁਹਾਨੂੰ ਮੇਰੇ ਟੌਪਿਕ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ